ਗੁਰਨਾਮ ਸਿੰਘ ਝਡੂਣੀ ਜੀ ਜਿਹੜੇ ਮੈਨੂੰ ਨਹੀਂ ਲੱਗਦਾ ਡਿਫਾਈਨ ਕਰਨ ਦੀ ਲੋੜ ਹੈ ਉਹਨਾਂ ਨੂੰ ਕਿਸੇ ਵੀ ਚੀਜ਼ ਦੇ ਬਾਰੇ। ਉਹਦਾ ਵਜ੍ਹਾ ਸਿਰਫ ਔਰ ਸਿਰਫ ਉਹਦੀ ਕਾਰਨ ਇਹੀ ਹੈ ਕਿ ਉਹਨਾਂ ਦਾ ਕਿਤੇ ਨਾ ਕਿਤੇ ਅੰਦੋਲਨ ਦੇ ਵਿੱਚ ਇੱਕ ਵੱਡਾ ਯੋਗਦਾਨ ਹੋਣਾ, ਜਿਹਦੇ ਨਾਲ ਯੁਵਾ ਖਿੱਚਿਆ ਤੁਰਿਆ ਆ ਰਿਹਾ। ਇਹ ਸੋਚ ਬਿਨਾਂ ਵੇਖ ਕੇ ਕਿ ਯਾਰ ਕੀ ਹੋਣਾ ਹੈ, ਜੋ ਵੀ ਅੱਗੇ ਕੀ ਤਰੀਕੇ ਨਾਲ ਇਹ ਅੰਦੋਲਨ ਦਾ ਕੀ ਬਣਨਾ ਹੈ, ਪਰ ਨਹੀਂ, ਪਰ ਜਿਹੜਾ ਚਿਹਰਾ ਹੈ ਅੱਗੇ ਉਹ ਸਟੈਂਡ ਲੈਣ ਵਾਲਾ ਹੈ। ਤੇ ਮੇਰੀ ਇੱਕ ਪਰਸਨਲ ਰਾਏ, ਮੈਂ ਅਗਰ ਆਪਣਾ ਇੱਕ ਸੰਗਠਨ ਤੋਂ ਹਟ ਕੇ ਇੱਕ ਇੰਡੀਵਿਜੂਅਲ ਕਾਮਨ ਮੈਨ ਦੀ ਅਗਰ ਰਾਏ ਦਿੱਤੀ ਜਾਏ ਤੇ ਇੱਕ ਸਿਸਟਮ ਨੂੰ ਰਾਜਨੀਤੀ ਦੇ ਨਾਲ ਬਦਲਿਆ ਜਾ ਸਕਦਾ ਹੈ। ਇੱਕ ਪਾਸੇ ਆਪਾਂ ਆਖ ਦਿੰਦੇ ਹਾਂ ਯਾਰ ਕਿਸਾਨ ਜਿਹੜਾ ਵਰਗ ਹੈ ਉਹ 70 ਤੋਂ 75% ਹੈ। ਜੇ ਉਹ ਰਾਜਨੀਤੀ ਵਿੱਚ ਕਦਮ ਰੱਖਦਾ ਏ ਆਉਣ ਵਾਲੇ ਸਮੇਂ 'ਚ, ਮੈਂ ਇਹ ਨਹੀਂ ਆਂਦਾ ਕਿ ਇਹਦੇ ਵਿੱਚ ਟਕੈਤ ਸਾਹਿਬ ਖਲੋਣ, ਝਡੂਣੀ ਸਾਹਿਬ ਖਲੋਣ, ਪਰ ਜਿਵੇਂ ਦੀਆਂ ਪਰਿਸਥਿਤੀਆਂ ਉਦੋਂ ਰਹਿਣ, ਪਰ ਇਸ ਬਾਰੇ ਸੋਚਣਾ ਜ਼ਰੂਰ ਚਾਹੀਦਾ। ਵੇਖੋ ਮੈਂ ਛੋਟੇ ਜਿਹੇ ਉਦਾਹਰਣ ਦੱਸਦਾ, 2014 'ਚ ਕਾਂਗਰਸ ਆਈ ਸੀ। ਕਾਂਗਰਸ ਦੇ ਆਉਣ ਦੇ ਬਾਅਦ ਅੱਜ ਉਹ ਸਥਿਤੀ ਬਣ ਗਈ, ਆਪਾਂ ਨੂੰ ਚੂਜ਼ ਕਰਨਾ ਰਹਿ ਗਿਆ ਕਿ ਯਾਰ ਕਾਂਗਰਸ ਨੂੰ ਹੀ ਵੋਟ ਪਾ ਦਈਏ ਜਦੋਂ ਕੁਝ ਵਿਕਲਪ ਬਚਦਾ ਹੀ ਨਹੀਂ। ਉਹਦਾ ਕਿਤੇ ਨਾ ਕਿਤੇ ਰੀਜ਼ਨ ਕੀ ਹੋ ਗਿਆ, ਉਹ ਘੱਟ ਗਲਤ ਨੇ, ਇਹ ਜ਼ਿਆਦਾ ਗਲਤ ਨੇ, ਇਸ ਲਈ ਘੱਟ ਗਲਤ ਨੂੰ ਪਾ ਕੇ ਆਪਣਾ ਭਵਿੱਖ ਵੇਖੋ। ਜਿਵੇਂ ਝਡੂਣੀ ਸਾਹਿਬ ਦੀ ਸਟੇਟਮੈਂਟ ਆਈ ਸੀ ਕਿ ਪੰਜਾਬ 'ਚ ਇਲੈਕਸ਼ਨ ਲੜਨਗੇ ਕਿਸਾਨ ਆਪਣੀ ਪਾਰਟੀ ਦੇ ਨਾਲ, ਕਿਤੇ ਨਾ ਕਈ ਥਾਵਾਂ ਤੇ ਉਹਦੀ ਖਿਲਾਫਤ ਵੀ ਹੋਈ ਸੀ ਸ਼ਾਇਦ, ਉਹਦੇ ਬਾਰੇ ਤੁਸੀਂ ਕੀ? ਭਾਖਦੀ ਦਾ ਵੈਸਟ ਬੰਗਾਲ 'ਚ ਕਿਸਾਨਾਂ ਦਾ ਵੀ ਇੱਕ ਬੜਾ ਵੱਡਾ ਯੋਗਦਾਨ ਰਿਹਾ, ਤੇ ਉਹਦਾ ਕੀ ਮਿਲਿਆ ਆਪਾਂ ਨੂੰ? ਕੁਛ ਨਹੀਂ। ਅੱਜ ਸਥਿਤੀ ਉਹ ਆ ਗਈ ਹੈ ਕਿ ਕਿਸਾਨਾਂ ਨੂੰ ਉਹਦਾ ਕੁਛ ਨਹੀਂ, ਬਸ ਆਪਾਂ ਕਹਿਣ ਲਈ ਹੋ ਗਿਆ ਕਿ ਉੱਥੇ ਬੀਜੇਪੀ ਹਾਰ ਗਈ। ਇਹ ਸਿਸਟਮ ਐਵੇਂ ਹੀ ਚੇਂਜ ਹੋ ਸਕਦਾ ਹੈ। ਚੇਂਜ ਕਿਵੇਂ ਹੋਏਗਾ? ਜੇ ਅੱਗੇ ਕਿਸਾਨੀ ਵਾਕਿਆ ਹੀ ਕਿਸਾਨ ਲੀਡਰਸ ਅੱਗੇ ਆਉਣਗੇ, ਔਰ ਲੀਡਰ ਤਾਂ ਹੀ ਆ ਸਕਦੇ ਨੇ ਜੇ ਸੰਯੁਕਤ ਮੋਰਚਾ ਇਹਦੇ ਲਈ ਇਜਾਜ਼ਤ ਦੇਵੇ, ਕਿਉਂਕਿ ਹਰ ਚੀਜ਼ ਮੈਂ ਕਹਿਦਾ ਕੱਲਾ ਸੰਯੁਕਤ ਮੋਰਚੇ ਦਾ ਹੀ ਅਖੀਰੀ ਫੈਸਲਾ ਸਭ ਦਾ ਅਖੀਰੀ ਫੈਸਲਾ ਹੁੰਦਾ ਹੈ, ਇਹਨੂੰ ਕੋਈ ਝੁਠਲਾ ਨਹੀਂ ਸਕਦਾ। ਉਹ ਹਰ ਨੌਜਵਾਨ ਆਪਣੇ ਘਰ ਚੋਂ ਨਿਕਲ ਕੇ ਆਏ, ਇੱਕ ਬੰਦਾ ਆਓ, ਜੇ ਮਜਬੂਰੀ ਹੈ ਤੁਹਾਡਾ ਕੋਈ ਕਿਸੇ ਹੋਰ ਨੂੰ ਭੇਜੋ, ਪਰ ਜ਼ਰੂਰ ਆਓ, ਕਿਉਂਕਿ ਇਹ ਅੰਦੋਲਨ ਜੇ ਹੁਣ ਦੱਬ ਗਏ 100 ਸਾਲ ਤੱਕ ਆਪਾਂ ਆਪਣੀ ਆਵਾਜ਼ ਨਹੀਂ ਚੁੱਕ ਸਕਦੇ। ਔਰ ਇਹ ਅੱਜ ਮਹਿੰਗਾਈ ਤੇ ਇਹ ਜਨ ਅੰਦੋਲਨ ਹੈ, ਇਕੱਲਾ ਕਿਸਾਨਾਂ ਦਾ ਅੰਦੋਲਨ ਨਾ ਸਮਝੋ ਇਹਨੂੰ, ਇਹ ਅੱਜ ਪੈਟਰੋਲ ਡੀਜ਼ਲ ਤੇ ਵੀ ਆ ਕੇ ਖੜ ਗਿਆ। ਪਿਆਰੇ ਦਰਸ਼ਕੋ, ਇੱਕ ਵਾਰ ਫਿਰ ਮੈਂ ਸਵਾਗਤ ਕਰਦਾ, ਤੁਸੀਂ ਦੇਖ ਰਹੇ ਹੋ ਸਿੱਖ ਸੰਗਤ ਨਿਊਜ਼। 17 ਤਰੀਕ ਦਾ ਪ੍ਰੋਗਰਾਮ ਰੁੱਦਰਪੁਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਉਲੀਕਿਆ ਗਿਆ। ਸਰਦਾਰ ਗੁਰਨਾਮ ਸਿੰਘ ਝਡੂਣੀ ਸਾਹਿਬ ਜਿਹੜੇ ਕਿਸੇ ਪਰਚੇ ਦੇ ਮੁਹਤਾਜ ਨਹੀਂ ਹੈਗੇ, ਬਹੁਤ ਵੱਡਾ ਚਿਹਰਾ ਭਾਰਤੀ ਕਿਸਾਨ ਯੂਨੀਅਨ ਦਾ, ਉਹ ਆ ਰਹੇ ਨੇ। ਉਸ ਪ੍ਰੋਗਰਾਮ ਦੀ ਤਿਆਰੀਆਂ ਨੂੰ ਲੈ ਕੇ ਇੱਥੇ ਦੀ ਜਿਹੜੀ ਟੀਮ ਹੈਗੀ ਹੈ, ਭਾਵੇਂ ਵੱਖ-ਵੱਖ ਤਰੀਕੇ ਦੇ ਨਾਲ ਆਪਣਾ ਪ੍ਰਚਾਰ ਕਰ ਰਹੇ ਨੇ। ਸਰਦਾਰ ਗੁਰਵੀਰ ਸਿੰਘ ਵਿਰਕ ਜੀ ਸਾਡੇ ਨਾਲ ਜੁੜੇ ਹੋਏ ਨੇ। ਇਸ ਪ੍ਰੋਗਰਾਮ ਨੂੰ ਸਫਲ ਕਰਨ ਦੇ ਲਈ ਇਹਨਾਂ ਵੱਲੋਂ ਵੀ ਬੜੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਲ੍ਹਾ ਰਾਮਪੁਰ ਦੇ ਯੁਵਾ ਜ਼ਿਲ੍ਹਾ ਅਧਿਕਸ਼ ਥਾਪੇ ਗਏ ਨੇ। ਸਭ ਤੋਂ ਪਹਿਲਾਂ ਇਹਨਾਂ ਨੂੰ ਵਧਾਈ ਦਿੰਦੇ ਹਾਂ। ਗੁਰਵੀਰ ਸਿੰਘ ਜੀ, ਤੁਹਾਡਾ ਸਵਾਗਤ ਹੈ ਤੇ ਬਹੁਤ ਬਹੁਤ ਮੁਬਾਰਕਾਂ, ਤੁਹਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਬਹੁਤ ਬਹੁਤ ਧੰਨਵਾਦ ਹਰਵਿੰਦਰ ਜੀ, ਔਰ ਬਹੁਤ ਤਰੀਕੇ ਦੇ ਨਾਲ ਤੁਹਾਡਾ ਸਿੱਖ ਚੈਨਲ ਬਹੁਤ ਗਰਾਊਂਡ ਰਿਐਲਿਟੀ 'ਤੇ ਕੰਮ ਕਰਦਾ ਆ ਰਿਹਾ, ਉਹਦੇ ਲਈ ਵੀ ਮੈਂ ਤੁਹਾਨੂੰ ਬਹੁਤ ਵਧਾਈ ਦੇ ਪਾਤਰ ਸਮਝਦਾ ਕਿ ਇਹ ਚੈਨਲ ਬਹੁਤ ਗਰਾਊਂਡ ਲੈਵਲ 'ਤੇ ਕੰਮ ਕਰਦਾ ਆ ਰਿਹਾ। ਧੰਨਵਾਦ ਜੀ। ਜਿਹੜਾ 17 ਤਰੀਕ ਦਾ ਪ੍ਰੋਗਰਾਮ ਉਲੀਕਿਆ ਗਿਆ, ਮੈਂ ਚਾਹੂੰਗਾ ਪਹਿਲਾਂ ਘੱਟ ਸ਼ਬਦਾਂ ਦੇ ਵਿੱਚ ਤੁਸੀਂ ਉਹਦੀ ਰੂਪਰੇਖਾ ਦੱਸੋ, ਫਿਰ ਆਪਾਂ ਕਿਸਾਨ ਅੰਦੋਲਨ ਤੋਂ ਰਿਲੇਟਡ ਹੀ ਆਪਾਂ ਗੱਲਬਾਤ ਕਰਦੇ ਹਾਂ। ਵੇਖੋ, ਜਿਹੜੇ 17 ਤਰੀਕ ਨੂੰ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਉਹ ਆਪਣਾ ਰੁੱਦਰਪੁਰ ਅਸੀਂ ਜਿਹੜਾ ਮਿਥਿਆ ਗਿਆ, ਉਹਦਾ ਵਜ੍ਹਾ ਇਹ ਵੇ ਕਿ ਇੱਕ ਰੁੱਦਰਪੁਰ ਇੱਕ ਸੈਂਟਰ ਪੁਆਇੰਟ ਹੈ। ਬਾਜਪੁਰ ਦਾ ਮੰਨ ਲਓ ਤੇ ਸਿਤਾਰਗੰਜ ਦਾ ਮੰਨ ਲਓ ਜਾਂ ਬਿਲਾਸਪੁਰ ਦਾ ਮੰਨ ਲਓ, ਇਹ ਜ਼ਿਲ੍ਹੇ ਰਾਮਪੁਰ ਦਾ ਵੀ, ਤੇ ਇੱਕ ਊਧਮ ਸਿੰਘ ਨਗਰ ਜ਼ਿਲ੍ਹਾ ਆਪਾਂ ਆਖੀਦਾ, ਇੱਕ ਉੱਤਰਾਖੰਡ ਦੀ ਬੈਕਬੋਨ ਜਿਹਨੂੰ ਆਖੀਦਾ ਏਰੀਏ ਨੂੰ, ਤੇ ਉਸ ਏਰੀਏ ਵਿੱਚ ਰੱਖਣ ਦਾ ਸਿਰਫ ਇਹੀ ਮਕਸਦ ਸੀ ਕਿ ਤਾਂ ਕਿ ਸਾਰੇ ਏਰੀਏ ਦਾ ਕਿਸਾਨ ਆਵੇ ਇੱਥੇ ਔਰ ਇਸ ਮੀਟਿੰਗ ਵਿੱਚ ਸ਼ਮੂਲੀਅਤ ਇੱਕ ਤਰੀਕੇ ਦੀ ਦਵੇ। ਔਰ ਇੱਕ ਵੱਡਾ ਚਿਹਰਾ ਗੁਰਨਾਮ ਸਿੰਘ ਝਡੂਣੀ ਜੀ ਜਿਹੜੇ ਆਪਣੇ ਆਪ 'ਚ, ਜਿਨ੍ਹਾਂ ਨੂੰ ਮੈਨੂੰ ਨਹੀਂ ਲੱਗਦਾ ਡਿਫਾਈਨ ਕਰਨ ਦੀ ਲੋੜ ਹੈ ਉਹਨਾਂ ਨੂੰ ਕਿਸੇ ਵੀ ਚੀਜ਼ ਦੇ ਬਾਰੇ, ਤੇ ਉਹਨਾਂ ਦਾ ਯੋਗਦਾਨ ਹਰਿਆਣੇ ਔਰ ਅੱਜ ਪੰਜਾਬ 'ਚ ਪਹੁੰਚ ਗਿਆ। ਪੰਜਾਬ 'ਚੋਂ ਅੱਜ ਉੱਤਰਾਖੰਡ, ਯੂਪੀ ਤੱਕ ਉਹਨਾਂ ਦੀਆਂ ਸ਼ਾਖਾਵਾਂ ਜਿਸ ਖਿਲਰ ਗਈਆਂ, ਐਵੇਂ ਹੀ ਐਮਪੀ ਤੱਕ ਕਾਰਜਕਰਨੀਆਂ ਤਰੀਕੇ ਨਾਲ ਬਣ ਰਹੀਆਂ ਉਹਨਾਂ ਦੀਆਂ। ਉਹਦਾ ਵਜ੍ਹਾ ਸਿਰਫ ਔਰ ਸਿਰਫ ਉਹਦੀ ਕਿਤੇ ਨਾ ਕਾਰਨ ਇਹੀ ਹੈ ਕਿ ਉਹਨਾਂ ਦਾ ਕਿਤੇ ਨਾ ਕਿਤੇ ਅੰਦੋਲਨ ਦੇ ਵਿੱਚ ਇੱਕ ਵੱਡਾ ਯੋਗਦਾਨ ਹੋਣਾ, ਜਿਹਦੇ ਨਾਲ ਯੁਵਾ ਖਿੱਚਿਆ ਤੁਰਿਆ ਆ ਰਿਹਾ। ਇਹ ਸੋਚ ਬਿਨਾਂ ਵੇਖ ਕੇ ਕਿ ਯਾਰ ਕੀ ਹੋਣਾ ਹੈ, ਜੋ ਵੀ ਅੱਗੇ ਕੀ ਤਰੀਕੇ ਨਾਲ ਇਹ ਅੰਦੋਲਨ ਦਾ ਕੀ ਬਣਨਾ ਹੈ, ਪਰ ਨਹੀਂ, ਪਰ ਜਿਹੜਾ ਚਿਹਰਾ ਹੈ ਅੱਗੇ ਉਹ ਸਟੈਂਡ ਲੈਣ ਵਾਲਾ ਹੈ। ਹਾਂਜੀ ਜੀ।
ਆਪਾਂ ਚਲੋ ਹੁਣ ਗੱਲਬਾਤ ਕਰਦੇ ਹਾਂ। ਕਿਸਾਨ ਅੰਦੋਲਨ ਬਹੁਤ ਲੰਮੇ ਸਿਰੇ ਤੋਂ ਚੱਲ ਰਿਹਾ ਕਿ ਬਈ ਸਰਕਾਰ ਵੀ ਆਪਣੀ ਜਿੱਤ ਤੇ ਅੜੀ ਹੋਈ ਹੈ, ਕਿਸਾਨ ਵੀ ਅੜੇ ਹੋਏ ਨੇ, ਤੇ ਹੁਣ ਜਿਹੜੀ ਸਟੇਜ ਤੇ ਕਿਸਾਨ ਅੰਦੋਲਨ ਹੈ, ਤੁਹਾਨੂੰ ਕੀ ਲੱਗਦਾ ਇਹਦਾ ਅੱਗੇ ਆਉਣ ਵਾਲੇ ਸਮੇਂ ਤੇ ਹੁਣ ਕਿਉਂ ਚੋਣਾਂ ਵੀ ਆਉਣ ਵਾਲੀਆਂ ਨੇ, ਆਪਣੇ ਉੱਤਰਾਖੰਡ ਯੂਪੀ ਕਈ ਥਾਵਾਂ 'ਤੇ ਚੋਣਾਂ ਹੋਣੀਆਂ ਨੇ, ਤੁਹਾਨੂੰ ਕੀ ਲੱਗਦਾ ਇਹਨਾਂ ਦਾ ਅਸਰ ਉਹਨਾਂ ਤੇ ਚੋਣਾਂ ਤੇ ਪਏਗਾ ਜਾਂ ਕਿਸਾਨ ਅੰਦੋਲਨ ਦਾ ਹੁਣ ਅਗਲਾ ਆਪਾਂ ਕਹਿ ਸਕਦਾ ਕਿ ਇਹਦਾ ਅੰਤ ਕਿੱਥੇ ਹੋਏਗਾ? ਵੇਖੋ ਐਜ਼ ਐਨ ਇੰਡੀਵਿਜੂਅਲ ਮੈਂ ਅਗਰ ਆਪਣੀ ਰਾਏ ਦਾਂ, ਇੱਕ ਸੰਯੁਕਤ ਮੋਰਚੇ ਨੂੰ ਅਗਰ ਮੇਰੀ ਇਹ ਆਵਾਜ਼ ਉੱਥੋਂ ਤੱਕ ਪਹੁੰਚੇ ਤੇ ਮੇਰੀ ਇੱਕ ਪਰਸਨਲ ਰਾਏ, ਮੈਂ ਅਗਰ ਆਪਣਾ ਇੱਕ ਸੰਗਠਨ ਤੋਂ ਹਟ ਕੇ ਇੱਕ ਇੰਡੀਵਿਜੂਅਲ, ਇੱਕ ਕਾਮਨ ਮੈਨ ਦੀ ਅਗਰ ਰਾਏ ਦਿੱਤੀ ਜਾਏ ਤੇ ਇੱਕ ਸਿਸਟਮ ਨੂੰ ਰਾਜਨੀਤੀ ਦੇ ਨਾਲ ਬਦਲਿਆ ਜਾ ਸਕਦਾ ਹੈ। ਕਿਉਂਕਿ ਇੱਕ ਕਿਸਾਨ ਨੂੰ IAS IPS ਬਣਨਾ ਹੁਣ ਇਸ ਉਮਰ ਦੇ ਵਿੱਚ ਜਾਂ ਜੋ ਵੀ ਹੋਵੇ ਉਹ ਡਿਫਿਕਲਟ ਟਾਸਕ ਹੈ, ਪਰ ਰਾਜਨੀਤੀ ਦੇ ਤੌਰ ਤੋਂ ਆਪਾਂ ਅਗਰ ਇੱਕ ਦੇਸ਼ ਨੂੰ ਬਦਲਣਾ ਚਾਹੀਏ, ਇੱਕ ਪਾਸੇ ਆਪਾਂ ਆਖ ਦਿੰਦੇ ਯਾਰ ਕਿਸਾਨ ਜਿਹੜਾ ਵਰਗ ਹੈ ਉਹ 70 ਤੋਂ 75% ਹੈ। ਜੇ ਉਹ ਰਾਜਨੀਤੀ ਵਿੱਚ ਕਦਮ ਰੱਖਦਾ ਏ ਆਉਣ ਵਾਲੇ ਸਮੇਂ 'ਚ, ਮੈਂ ਇਹ ਨਹੀਂ ਆਂਦਾ ਕਿ ਇਹਦੇ ਵਿੱਚ ਟਕੈਤ ਸਾਹਿਬ ਖਲੋਣ, ਝੜੂਣੀ ਸਾਹਿਬ ਖਲੋਣ, ਪਰ ਜਿਵੇਂ ਦੀਆਂ ਪਰਿਸਥਿਤੀਆਂ ਉਦੋਂ ਰਹਿਣ, ਪਰ ਇਸ ਬਾਰੇ ਸੋਚਣਾ ਜ਼ਰੂਰ ਚਾਹੀਦਾ। ਕਿਉਂਕਿ ਰਾਜਨੀਤੀ ਆਪਣੇ ਆਪ 'ਚ, ਮੈਂ ਅਗਰ ਸਿੱਖ ਕੌਮ ਦੀ ਗੱਲ ਕਰਾਂ, ਮੀਰੀ ਪੀਰੀ ਦੋ ਚੀਜ਼ਾਂ ਸਨ। ਨੀਤੀ ਦੇ ਉੱਤੇ ਅਗਰ ਆਪਾਂ ਗੱਲ ਕਰੀਏ, ਨੀਤੀ ਜ਼ਰੂਰੀ ਹੈ ਕਿਸੇ ਵੀ ਅੰਦੋਲਨ ਵਿੱਚ। ਜੇ ਨੀਤੀ ਦੇ ਨਾਲ ਕੰਮ ਹੋਏਗਾ ਤੇ ਬਹੁਤ ਅੱਗੇ ਤੱਕ ਜਾਏਗਾ। ਔਰ ਇਹਦਾ ਰਿਜ਼ਲਟ ਵੇਖੋ, ਮੈਂ ਛੋਟੇ ਜਿਹੇ ਉਦਾਹਰਣ ਦੱਸਦਾ। 2014 'ਚ ਕਾਂਗਰਸ ਆਈ ਸੀ, ਕਾਂਗਰਸ ਦੇ ਆਉਣ ਦੇ ਬਾਅਦ ਅੱਜ ਉਹ ਸਥਿਤੀ ਬਣ ਗਈ, ਆਪਾਂ ਨੂੰ ਚੂਜ਼ ਕਰਨਾ ਰਹਿ ਗਿਆ ਕਿ ਯਾਰ ਕਾਂਗਰਸ ਨੂੰ ਹੀ ਵੋਟ ਪਾ ਦਈਏ ਜਦੋਂ ਕੁਝ ਵਿਕਲਪ ਬਚਦਾ ਹੀ ਨਹੀਂ। ਉਹਦਾ ਕਿਤੇ ਨਾ ਕਿਤੇ ਰੀਜ਼ਨ ਕੀ ਹੋ ਗਿਆ, ਉਹ ਘੱਟ ਗਲਤ ਨੇ, ਇਹ ਜ਼ਿਆਦਾ ਗਲਤ ਨੇ, ਇਸ ਲਈ ਘੱਟ ਗਲਤ ਨੂੰ ਪਾ ਕੇ ਆਪਣਾ ਭਵਿੱਖ ਵੇਖੋ, ਮਤਲਬ ਮਜਬੂਰੀ ਹੋ ਜਾਂਦੀ, ਕੋਈ ਆਪਸ਼ਨ ਨਹੀਂ ਹੈ। ਤੇ ਇਸ ਲਈ ਮੇਰੀ ਅਗਰ ਪਰਸਨਲ ਰਾਏ, ਜਿਵੇਂ ਤੁਸੀਂ ਪੁੱਛੀ ਕਿ ਤੁਹਾਡਾ ਕੀ ਮੰਨਣਾ, ਮੇਰਾ ਮੰਨਣਾ ਇਹ ਵੇ ਕਿ ਸੰਯੁਕਤ ਮੋਰਚੇ ਨੂੰ ਕਿਤੇ ਨਾ ਕਿਤੇ ਰਾਜਨੀਤੀ ਵਿੱਚ ਇੱਕ ਸਟੈਪ ਲੈਣਾ ਚਾਹੀਦਾ ਹੈ। ਨਹੀਂ, ਹੁਣ ਜਿਵੇਂ ਝੁੰਨੀ ਸਾਹਿਬ ਦੀ ਸਟੇਟਮੈਂਟ ਆਈ ਸੀ ਕਿ ਪੰਜਾਬ 'ਚ ਇਲੈਕਸ਼ਨ ਲੜਨਗੇ ਕਿਸਾਨ ਆਪਣੀ ਪਾਰਟੀ ਦੇ ਨਾਲ, ਕਿਤੇ ਨਾ ਕਈ ਥਾਵਾਂ ਤੇ ਉਹਦੀ ਖਿਲਾਫਤ ਵੀ ਹੋਈ ਸੀ ਸ਼ਾਇਦ, ਉਹਦੇ ਬਾਰੇ ਤੁਸੀਂ ਕੀ ਸੋਚਦੇ? ਵੇਖੋ, ਖਿਲਾਫਤ, ਮੈਂ ਸ਼ੁਰੂ 'ਚ ਇਸ ਅੰਦੋਲਨ ਦੇ ਉੱਤੇ ਕਈ ਪਹਿਲੂਆਂ ਦੇ ਉੱਤੇ ਸੰਯੁਕਤ ਮੋਰਚੇ ਦੇ ਵਿੱਚ ਜਦੋਂ ਮੀਟਿੰਗਸ ਹੁੰਦੀਆਂ ਨੇ ਉਹਦੇ ਉੱਤੇ ਨਹੀਂ ਮੰਨਿਆ ਜਾਂਦਾ ਪਹਿਲਾਂ ਉਹਨਾਂ ਨੂੰ। ਫਿਰ ਉਹਦੇ ਉੱਤੇ ਜੇ ਪ੍ਰੈਕਟੀਕਲ ਤੌਰ ਤੇ ਵੇਖੋ, ਇਹਦਾ ਹੱਲ ਹੀ ਆਏ। ਜੇ ਆਪਾਂ ਬੈਠੇ ਰਵਾਂਗੇ, ਜੇ 1 ਸਾਲ ਨਿਕਲ ਗਿਆ, 2 ਸਾਲ ਨਿਕਲ ਗਏ, ਵੈਸਟ ਬੰਗਾਲ ਤੁਸੀਂ ਆਖਦੇ ਹੋ, ਆਪਾਂ ਆਖਦੀ ਦਾ ਵੈਸਟ ਬੰਗਾਲ 'ਚ ਕਿਸਾਨਾਂ ਦਾ ਵੀ ਇੱਕ ਬੜਾ ਵੱਡਾ ਯੋਗਦਾਨ ਰਿਹਾ, ਤੇ ਉਹਦਾ ਕੀ ਮਿਲਿਆ ਆਪਾਂ ਨੂੰ? ਕੁਛ ਨਹੀਂ। ਅੱਜ ਸਥਿਤੀ ਉਹ ਆ ਗਈ ਹੈ ਕਿ ਕਿਸਾਨਾਂ ਨੂੰ ਉਹਦਾ ਕੁਛ ਨਹੀਂ, ਬਸ ਆਪਾਂ ਕਹਿਣ ਲਈ ਹੋ ਗਿਆ ਕਿ ਉੱਥੇ BJP ਹਾਰ ਗਈ। ਤੇ ਇਹ ਸਿਸਟਮ ਐਵੇਂ ਹੀ ਚੇਂਜ ਹੋ ਸਕਦਾ ਹੈ। ਚੇਂਜ ਕਿਵੇਂ ਹੋਏਗਾ? ਜੇ ਅੱਗੇ ਕਿਸਾਨੀ ਵਾਕਿਆ ਹੀ ਕਿਸਾਨ ਲੀਡਰਸ ਅੱਗੇ ਆਉਣਗੇ, ਔਰ ਲੀਡਰ ਤਾਂ ਹੀ ਆ ਸਕਦੇ ਨੇ ਜੇ ਸੰਯੁਕਤ ਮੋਰਚਾ ਇਹਦੇ ਲਈ ਇਜਾਜ਼ਤ ਦੇਵੇ। ਕਿਉਂਕਿ ਹਰ ਚੀਜ਼ ਮੈਂ ਕਹਿਦਾ, ਕੱਲਾ ਸੰਯੁਕਤ ਮੋਰਚੇ ਦਾ ਹੀ ਅਖੀਰੀ ਫੈਸਲਾ ਸਭ ਦਾ ਅਖੀਰੀ ਫੈਸਲਾ ਹੁੰਦਾ ਹੈ, ਇਹਨੂੰ ਕੋਈ ਝੁਠਲਾ ਨਹੀਂ ਸਕਦਾ। ਨਹੀਂ, ਤੁਹਾਨੂੰ ਕੀ ਲੱਗਦਾ ਹੁਣ ਝੁੰਨੀ ਸਾਹਿਬ ਦੇ ਜਿਹੜੀ ਸਟੇਟਮੈਂਟ ਆਈ ਸੀ ਉਹਦੇ ਨਾਲ ਕੀ ਪੂਰਾ ਸੰਯੁਕਤ ਕਿਸਾਨ ਮੋਰਚਾ ਉਹਨਾਂ ਨਾਲ ਸਹਿਮਤ ਹੈਗਾ? ਵੇਖੋ, ਹਜੇ ਪਰਿਸਥਿਤੀਆਂ ਉਵੇਂ ਦੀਆਂ ਨਹੀਂ ਗਿਆ। ਉਹਨਾਂ ਦੂਜੇ ਪੱਖ ਦਾ ਇਹ ਕਹਿਣਾ ਹੈ, ਜਾਂ ਦੂਜੇ ਜਿਹੜੇ ਮੋਰਚੇ ਨੇ ਜਾਂ ਦੂਜੇ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਹਜੇ ਉਹ ਪਰਿਸਥਿਤੀਆਂ ਨਹੀਂ ਗਿਆ। ਸਮੇਂ ਆਉਣ ਤੇ ਜੇ ਉਹਦੇ ਉੱਤੇ ਕੋਈ ਅਸਰਦਾਰ ਸਟੈਪ ਵੇਖ ਰਿਹਾ ਹੋਏਗਾ ਤੇ ਜ਼ਰੂਰ ਇਹਦੇ ਉੱਤੇ ਵੀ ਐਕਸ਼ਨ ਲਿਆ ਜਾਏਗਾ। ਇਹ ਚਰਚਾ ਥੋੜੀ ਲੰਮੀ ਹੋ ਸਕਦੀ ਹੈ, ਆਪਾਂ ਫਿਰ ਵੀ ਗੱਲ ਕਰਾਂਗੇ। ਹੁਣ ਤੇ ਆਪਾਂ ਜਿਹੜਾ ਇੰਟਰਵਿਊ ਦਾ ਅੱਜ ਦਾ ਮਕਸਦ ਸੀਗਾ, ਜਿਹੜਾ 17 ਤਰੀਕ ਦਾ ਤੁਹਾਡਾ ਪ੍ਰੋਗਰਾਮ ਹੈ, ਉਹਦੇ ਲਈ ਸਾਡੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਹੜੇ ਵੇਖ ਰਹੇ ਨੇ? ਵੇਖੋ, 17 ਤਰੀਕ ਨੂੰ ਮੈਂ ਆਪਣੇ ਯੁਵਾ ਵੀਰਾਂ ਨੂੰ, ਹੋਰ ਜਿਹੜੇ ਬਜ਼ੁਰਗ, ਮੇਰੇ ਲਈ ਇੱਕ ਨੌਜਵਾਨ ਹਰ ਉਹ ਬੰਦਾ ਹੈ ਜਿਹੜਾ ਆਪਣੇ ਬੱਚੇ ਦੇ ਪੈਰਾਂ 'ਚ ਚੱਪਲ ਪਾਉਂਦਾ ਹੈ ਜਾਂ ਆਪਣੇ ਬਜ਼ੁਰਗ ਦੀ ਘਰ 'ਚ ਸੇਵਾ ਕਰਦਾ ਹੈ। ਹਰ ਉਹ ਬੰਦਾ ਨੌਜਵਾਨ ਹੈ। ਉਹ ਹਰ ਨੌਜਵਾਨ ਆਪਣੇ ਘਰ 'ਚੋਂ ਨਿਕਲ ਕੇ ਆਏ। ਇੱਕ ਬੰਦਾ ਆਓ, ਜੇ ਮਜਬੂਰੀ ਹੈ ਤੁਹਾਡਾ, ਕੋਈ ਕਿਸੇ ਹੋਰ ਨੂੰ ਭੇਜੋ, ਪਰ ਜ਼ਰੂਰ ਆਓ। ਕਿਉਂਕਿ ਇਹ ਅੰਦੋਲਨ ਜੇ ਹੁਣ ਦੱਬ ਗਏ, 100 ਸਾਲ ਤੱਕ ਆਪਾਂ ਆਪਣੀ ਆਵਾਜ਼ ਨਹੀਂ ਚੁੱਕ ਸਕਦੇ। ਔਰ ਇਹ ਅੱਜ ਮਹਿੰਗਾਈ ਤੇ ਇਹ ਜਨ ਅੰਦੋਲਨ ਹੈ, ਇਕੱਲਾ ਕਿਸਾਨਾਂ ਦਾ ਅੰਦੋਲਨ ਨਾ ਸਮਝੋ ਇਹਨੂੰ। ਇਹ ਅੱਜ ਪੈਟਰੋਲ ਡੀਜ਼ਲ ਤੇ ਵੀ ਆ ਕੇ ਖੜ ਗਿਆ। ਤੇ ਅੱਜ ਜੇ ਕਿਸਾਨ ਤੁਹਾਡੀ ਆਮ ਲੋਕਾਂ ਦੀ ਮੰਗਾਂ ਨੂੰ ਲੈ ਕੇ ਵੀ ਉੱਥੇ ਅੰਦੋਲਨਾਂ ਤੇ ਬੈਠਾ ਹੈ, ਤੇ ਤੁਹਾਡਾ ਵੀ ਫਰਜ਼ ਇਹ ਬਣਦਾ ਹੈ ਕਿ ਤੁਸੀਂ ਕਮ ਸੇ ਕਮ ਰੁਦਰਪੁਰ ਤੱਕ ਤੇ ਆਓ। ਘਰਾਂ 'ਚੋਂ ਨਿਕਲ ਕੇ ਆਪਾਂ ਰੁਦਰਪੁਰ ਪਹੁੰਚੀਏ ਤੇ ਆਪਣੀ ਹੋਂਦ ਅਤੇ ਹਸਤੀ ਲਈ ਅੱਜ ਜਿਹੜਾ ਲੜਨ ਦਾ ਆਪਣਾ ਅੰਦੋਲਨ ਲੜਨਾ ਜਿਹਨੂੰ ਕਹਿ ਦਿੰਦੇ ਨੇ, ਅੰਦੋਲਨ 'ਚ ਖੜਨ ਦਾ ਜਿਹੜਾ ਟਾਈਮ ਹੈ। ਜੇ ਆਪਾਂ ਛੋਟੇ ਏਰੀਆ 'ਚ ਅੱਗੇ ਆ ਕੇ ਨਹੀਂ ਆਏ ਤੇ ਕੁਝ ਨਹੀਂ ਕਰ ਸਕਦੇ। ਤੇ ਮੇਰਾ ਵੀਰ ਇੱਕੋ ਇੱਕ ਲਾਸਟ ਰਿਕੁਐਸਟ ਹੈ, ਪਹਿਲਾਂ ਤੇ ਇਹ ਵੀਡੀਓ ਨੂੰ ਹਰ ਕੋਨੇ ਤੱਕ ਪਹੁੰਚਾ ਦਿਆ ਜੇ, ਔਰ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਮੀਟਿੰਗ ਵਿੱਚ ਸ਼ਾਮਿਲ ਹੋਇਓ। ਸੋ ਧੰਨਵਾਦ ਜੀ। ਸੋ ਸਾਡੇ ਨਾਲ ਜੁੜੇ ਹੋਏ ਸੀ ਗੁਰਵੀਰ ਸਿੰਘ ਵਿਰਕ ਜੀ, ਜਿਨ੍ਹਾਂ ਨੇ ਪੂਰੀ ਡਿਟੇਲ ਦਿੱਤੀ ਹੈ ਤੇ ਅਪੀਲ ਵੀ ਕੀਤੀ ਹੈ। ਸਾਡੀ ਵੀ ਕੋਸ਼ਿਸ਼ ਰਹੇਗੀ ਕਿ ਜਿਹੜੀ ਝੁੰਨੀ ਸਾਹਿਬ ਦੀ ਕਿਸਾਨ ਰੈਲੀ ਹੈਗੀ ਹੈ, ਬੈਠਕ ਹੈਗੀ ਹੈ, ਅਸੀਂ ਪੂਰੀ ਕਵਰ ਕਰਾਂਗੇ ਤੇ ਸਾਡੇ ਦਰਸ਼ਕ ਜਿਹੜੇ ਉੱਥੇ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਘਰ ਬੈਠਿਆਂ ਹੀ ਪੂਰੀ ਡਿਟੇਲ ਦੇਣ ਦੀ ਕੋਸ਼ਿਸ਼ ਕਰਾਂਗੇ। ਫਤਿਹ ਦੀ ਅਰਜ਼ ਕਰਕੇ ਇੱਥੇ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।